दौरान देश के कॉलेज स्कूल पूरी तरह बंद रहे, पर हुण सूबे के स्कूल 9वीं तो लैके +2 तक खुल चुके हैं। जिथे स्कूल खुल चुके हैं उत्थे ही डिपार्टमेंट ने जो सिलेबस आ 30% घटा दिता। की लोड़ पई, क्यों ये सिलेबस घटाया गया, गलबात करते हैं। साडे नाल चेयरमैन डॉक्टर युगराज जी मौजूद ने। डॉक्टर साहब, सब तो पहला सिलेबस घटाने की लोड़? आम तौर ਤੇ ਜਿਹੜੀ ਇਸ ਸਾਲ ਕੋਵਿਡ-19 ਦੇ ਚੱਲਦਿਆਂ ਜਿਹੜੀ ਟ੍ਰੈਡੀਸ਼ਨਲ ਪੜ੍ਹਾਈ ਹੈ, ਜਿਸ ਨੂੰ ਅਸੀਂ ਕਲਾਸਰੂਮ ਐਜੂਕੇਸ਼ਨ ਕਹਿੰਦੇ ਜਾਂ ਫੇਸ ਟੂ ਫੇਸ ਕਹਿੰਦੇ ਆ, ਉਹ ਜਿਹੜੀ ਨਹੀਂ ਹੋਏਗੀ। ਬਹੁਤੀ ਜਿਹੜੀ ਪੜ੍ਹਾਈ ਲਗਾਤਾਰ ਜਿਹੜਾ ਆਨਲਾਈਨ ਚੱਲ ਰਹੀ ਹੈ, ਇਸ ਕਰਕੇ ਆਨਲਾਈਨ ਦੀ ਜਿਹੜੀ ਐਜੂਕੇਸ਼ਨ ਉਹਦੀਆਂ ਆਪਣੀਆਂ ਸਮੱਸਿਆਵਾਂ ਹਨ। ਔਰ ਭਾਵੇਂ ਜਿਹੜੀ ਹੈਗੀ ਹੈ ਫੇਸ ਟੂ ਫੇਸ ਜਿਹੜੀ ਕੋਈ ਪੜ੍ਹਾਈ ਲਿਖਾਈ ਆ ਉਸ ਦਾ ਕੋਈ ਸੰਪੂਰਨ ਨਹੀਂ ਹੁੰਦੀ, ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹੋ ਸਕਦੀਆਂ ਨੇ। ਪਰ ਮੈਂ ਇਹ ਆਪਣੇ ਨਿੱਜੀ ਤੌਰ 'ਤੇ ਵੀ ਸਮਝਦਾ ਕਿ ਜਿਹੜੀ ਦੋਵਾਂ ਤਰ੍ਹਾਂ ਦੀ ਜਿਹੜੀ ਪੜ੍ਹਾਈ ਦੀ ਵਿਦਿਆਰਥੀਆਂ ਨੂੰ ਜਿਹੜੀ ਜ਼ਰੂਰਤ ਹੁੰਦੀ, ਕਿਉਂਕਿ ਉਹ ਪੜ੍ਹਾਈ ਨਹੀਂ ਹੋਏਗੀ। ਇਸ ਕਰਕੇ ਸਾਨੂੰ ਇਹ ਬਣਦਾ ਸੀ ਕਿ ਅਸੀਂ ਵਿਦਿਆਰਥੀਆਂ ਨੂੰ ਕੋਈ ਸੌਖਾ ਕਰੀਏ ਔਰ ਇਸ ਕੋਵਿਡ ਮਹਾਂਮਾਰੀ ਦੇ ਨਤੀਜੇ ਵਜੋਂ ਜਿਹੜੀ ਉਹਨਾਂ ਦਾ ਪੜ੍ਹਾਈ ਦਾ ਨੁਕਸਾਨ ਹੋਇਆ ਉਸ ਨੂੰ ਕਿਸੇ ਕਿਸਮ ਨਾਲ ਅਸੀਂ ਪੂਰਾ ਕਰ ਸਕੀਏ। ਸਿੱਖ ਪੰਥ ਦੇ ਜਾਂਬਾਜ਼ ਯੋਧਿਆਂ ਦੀ ਦਾਸਤਾਨ, ਸ਼ਹੀਦੀ ਪਰੰਪਰਾ ਦਾ ਅਨੋਖਾ ਇਤਿਹਾਸ, ਕੁਰਬਾਨੀਆਂ ਤੇ ਸੇਵਾ ਸਿਦਕ ਦੀ ਜਿਉਂਦੀ ਜਾਗਦੀ ਮਿਸਾਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾ ਰਹੀ ਹੈ ਬਹੁਤ ਸ਼ਰਧਾ ਭਾਵਨਾ ਨਾਲ 100 ਸਾਲਾ ਸਥਾਪਨਾ ਦਿਵਸ। 17 ਨਵੰਬਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ 100 ਸਾਲਾ ਸਥਾਪਨਾ ਦਿਵਸ। ਭਾਵੇਂ CBSE ਵੱਲੋਂ ਵੀ ਕਾਫੀ ਚਿਰ ਪਹਿਲਾਂ 30% ਸਿਲੇਬਸ ਜਿਹੜਾ ਘਟਾ ਦਿੱਤਾ ਗਿਆ ਸੀ ਔਰ ਬਹੁਤ ਸਾਰੀਆਂ ਕਨਸੋਆਂ ਅਜਿਹੀਆਂ ਮਿਲ ਸਨ ਕਿ ਹੋਰ ਸਿਲੇਬਸ ਵੀ ਘਟਾ ਰਹੇ ਹਨ। ਪਰ ਮੋਟੇ ਤੌਰ 'ਤੇ ਅਸੀਂ ਆਪਣੇ ਵਿਦਵਾਨਾਂ ਨਾਲ, ਸਾਡੇ ਜਿਹੜੇ ਅਕਾਦਮਿਕ ਮਾਹਰ ਹਨ ਔਰ ਸਾਡੇ ਨਾਲ ਜਿਹੜੇ ਬੋਰਡ ਨਾਲ ਜੁੜੇ ਹੋਏ ਸਕਾਲਰ ਹਨ, ਉਹਨਾਂ ਸਾਡੇ ਨਾਲ ਇੱਕ ਲੰਬੀ ਗੱਲਬਾਤ ਕੀਤੀ ਔਰ ਉਸ ਦੇ ਵਿੱਚ ਸਾਡਾ 30% ਸਿਲੇਬਸ ਘਟਾਉਣ ਦਾ ਜਿਹੜਾ ਹੈਗਾ ਫੈਸਲਾ ਹੋਇਆ। ਔਰ ਇਸ ਤੋਂ ਵੀ ਜ਼ਰੂਰੀ ਸੀ ਕਿ ਕਿਸ ਪ੍ਰਕਾਰ ਦਾ ਸਿਲੇਬਸ ਘਟਾਇਆ ਜਾਵੇ ਤਾਂ ਜੋ ਜਿਹੜੇ ਮੂਲ ਸੰਕਲਪ ਹਨ ਜਿਹਨਾਂ ਨੂੰ ਵਿਦਿਆਰਥੀ ਨੂੰ ਜਾਣੂ ਹੋਣਾ ਬੜਾ ਜ਼ਰੂਰੀ ਹੈ, ਉਹਨਾਂ ਮੂਲ ਸੰਕਲਪਾਂ ਤੋਂ ਵੀ ਉਹ ਦੂਰ ਨਾ ਜਾਵੇ ਔਰ ਜਿਹੜੀ ਉਹਦੀ ਪੜ੍ਹਾਈ ਲਿਖਾ ਵੀ ਪੂਰੀ ਹੋ ਜਾਵੇ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਜਿਹੜੀ ਕਿ ਇਹ ਘਟਾਇਆ। ਮੂਲ ਰੂਪ ਦੇ ਵਿੱਚ ਇਸ ਵਿੱਚ ਇਤਿਹਾਸ ਦਾ ਅਤੇ ਔਰ ਪੰਜਾਬੀ ਦਾ ਜਿਹੜਾ ਹੈਗਾ ਸਿਲੇਬਸ ਹੀ 100% ਹੀ ਰਹਿਣ ਦਿੱਤਾ ਗਿਆ, ਕਿਉਂਕਿ ਇਤਿਹਾਸ ਬਾਰੇ ਜਿਸ ਤਰ੍ਹਾਂ ਦੇ ਕਰਨੋਲੋਜੀਕਲ ਆਰਡਰ ਦੀ ਜ਼ਰੂਰਤ ਹੁੰਦੀ ਹੈ, ਜੇ ਅਸੀਂ ਇੱਕ ਵੀ ਚੀਜ਼ ਉਹਦੇ ਵਿੱਚ ਤੋਂ ਕੱਢਦੇ ਹਾਂ ਤਾਂ ਉਹ ਜਿਹੜੀ ਸਾਰੀ ਜਿਹੜੀ ਲਗਾਤਾਰਤਾ ਉਹ ਭੰਗ ਹੁੰਦੀ ਹੈ। ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਬਾਕੀ ਜਿਹੜਾ ਹੈਗਾ ਤਾਂ ਘਟਾਇਆ ਜਾ ਰਿਹਾ 30%, ਇਤਿਹਾਸ ਅਤੇ ਪੰਜਾਬੀ ਦਾ ਸਿਲੇਬਸ ਉਸ ਨੂੰ ਇੰਟੈਕਟ ਰੱਖਿਆ ਜਾਵੇ ਉਸੇ ਪ੍ਰਕਾਰ। ਜੇ ਸਿਲੇਬਸ ਘਟਾਇਆ ਗਿਆ ਕਿਤੇ ਨਾ ਕਿਤੇ, ਜੇ +2 ਤੋਂ ਬਾਅਦ ਬੱਚਾ ਜਾਂਦਾ ਬਾਹਰ ਨਿਕਲਦਾ ਕੰਪੀਟੀਸ਼ਨ ਜਿਹਨੇ ਤਿਆਰੀ ਕਰਨੀ ਉਹਦੇ 'ਚ ਉਹਨੂੰ ਘਾਟਾ ਨਹੀਂ ਹੋਊਗਾ ਕਿਉਂਕਿ ਘੱਟ ਪੜਿਆ ਹੋ ਜਾਊਗਾ ਸਿਲੇਬਸ? ਕੋਸ਼ਿਸ਼ ਇਸ ਤਰ੍ਹਾਂ ਦੀ ਹੈਗੀ ਹੈ ਕਿ ਜਿਹੜੇ ਬੱਚੇ ਜਾਂਦੇ ਹੈਗੇ ਆ ਬਾਹਰ ਜਾਂਦੇ ਆ, ਅਤੇ ਉਹ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਕਿ ਅਸੀਂ ਮੂਲ ਸੰਕਲਪ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਨਹੀਂ ਛੱਡਿਆ ਗਿਆ ਔਰ ਸਿਲੇਬਸ ਨੂੰ ਇਸ ਤਰ੍ਹਾਂ ਦੀ ਇਸ ਵਿਧੀ ਨਾਲ ਘਟਾਇਆ ਗਿਆ ਕਿ ਵਿਦਿਆਰਥੀ ਵੱਧ ਤੋਂ ਵੱਧ ਚੀਜ਼ਾਂ ਨੂੰ ਜਿਹੜੇ ਜਾਣ ਲੈਣ, ਕਿਉਂਕਿ ਬੜੀ ਅਬਨੋਰਮਲ ਸਥਿਤੀ ਹੈ। ਇਸ ਦੇ ਵਿੱਚ ਸਾਰਾ ਕੁਛ ਹੀ ਦਾਅ 'ਤੇ ਲੱਗਿਆ। ਤੁਹਾਡੀ ਇਕੋਨਮੀ, ਵਿੱਦਿਆ, ਜੀਵਨ, ਹੋਰ ਸਾਡਾ ਜਿਹੜਾ ਡੇ ਟੂ ਡੇ ਸਾਡੀਆਂ ਐਕਟੀਵਿਟੀਆਂ ਨੇ ਉਹ ਕਿਸ ਤਰ੍ਹਾਂ ਸੰਸਾਰ ਪੱਧਰ 'ਤੇ ਸੀਮਿਤ ਹੋ ਗਿਆ ਨਾ। ਇਸ ਲਈ ਜਿਹੜਾ ਹੈਗਾ ਸਕੂਲ ਐਜੂਕੇਸ਼ਨ ਵੀ ਇਸ ਦਾ ਅਪਵਾਦ ਨਹੀਂ ਹੈ, ਪਰ ਇਸ ਦੇ ਬਾਵਜੂਦ ਅਸੀਂ ਕੋਸ਼ਿਸ਼ ਕੀਤੀ ਇਹਨਾਂ ਲਿਮਿਟੇਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਵਿਦਿਆਰਥੀਆਂ ਨੂੰ ਸਾਰਾ ਜਿਹੜਾ ਹੈਗਾ ਉਹ ਜਿਹੜਾ ਉਹਨਾਂ ਨੂੰ ਜਾਣੂ ਕਰਵਾਇਆ ਜਾਵੇ। ਪਰ ਫਿਰ ਵੀ ਜੇਕਰ ਕੇਂਦਰ ਸਰਕਾਰ ਦੇ, ਸੂਬਾ ਸਰਕਾਰ ਦੇ ਕੋਈ ਦਿਸ਼ਾ ਨਿਰਦੇਸ਼ ਮਿਲਦੇ ਹਨ, ਕੱਲ੍ਹ ਨੂੰ ਸਕੂਲ ਖੁੱਲ੍ਹਦੇ ਹਨ, ਕਿਉਂਕਿ ਮੈਨੂੰ ਲੱਗਦਾ ਕਿ ਸਕੂਲ ਸਭ ਤੋਂ ਅੰਤਮ ਰੂਪ ਦੇ ਵਿੱਚ ਅੰਤਮ ਤੌਰ 'ਤੇ ਖੋਲ੍ਹੇ ਜਾਣਗੇ ਜੋ ਸਾਰਾ ਜੀਵਨ ਨਾਰਮਲ ਹੋ ਜਾਏਗਾ। ਜੇਕਰ ਇਸ ਤਰ੍ਹਾਂ ਦੀ ਕੋਈ ਸਥਿਤੀ ਬਣਦੀ ਹੈ ਔਰ ਸਰਕਾਰ ਦੇ ਸਾਨੂੰ ਨਿਰਦੇਸ਼ ਪ੍ਰਾਪਤ ਹੁੰਦੇ ਹਨ ਤਾਂ ਕੁਛ ਮਹੀਨੇ ਜਿਹੜੇ ਹੈਗੇ 1-2 ਮਹੀਨੇ ਪੇਪਰਾਂ ਤੋਂ ਪਹਿਲਾਂ ਜਿਹੜਾ ਹੈਗਾ ਉਹ ਵੀ ਲਗਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇ ਕਿ ਬੱਚੇ ਸਕੂਲ ਦੇ ਵਿੱਚ ਆ ਕੇ ਪੜ੍ਹਨ। ਦੂਸਰੇ ਬੱਚੇ ਵੀ ਹੁਣ 9ਵੀਂ ਤੋਂ 12ਵੀਂ ਤੱਕ ਤਾਂ ਕੀਤਾ ਹੀ ਗਿਆ ਹੈਗਾ, ਤਾਂ ਇਸ ਲਈ ਉਹਨਾਂ ਦੀ ਪੜ੍ਹਾਈ ਦਾ ਉਸ ਤਰੀਕੇ ਦਾ ਨੁਕਸਾਨ ਨਾ ਹੋਵੇ ਔਰ ਉਹ ਪੂਰੀ ਤਿਆਰੀ ਦੇ ਨਾਲ ਨੈਸ਼ਨਲ ਅਤੇ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਕਿਸੇ ਤਰ੍ਹਾਂ ਦੇ ਐਗਜ਼ਾਮ ਹਨ ਉਹਨਾਂ ਦੇ ਵਿੱਚ ਬੜੇ ਉਹ ਵਿਸ਼ਵਾਸ ਨਾਲ ਅਤੇ ਬੜੇ ਠੀਕ ਤਰੀਕੇ ਨਾਲ ਜਾ ਸਕਣ। ਇਸ ਮਨਸ਼ਾ ਸਾਡੀ, ਇਹ ਮਨਸ਼ਾ ਇਸ ਬਾਰੇ। 9ਵੀਂ ਤੋਂ ਲੈ ਕੇ +2 ਤੱਕ ਦੇ ਤਾਂ ਸਕੂਲ ਖੋਲ੍ਹਤੇ, ਪਰ ਉਸ ਤੋਂ ਥੱਲੇ ਵਾਲੀ ਕਲਾਸਾਂ ਨੇ, ਕਿਉਂਕਿ ਐਗਜ਼ਾਮ ਵੀ ਕਰਾਉਣੇ ਨੇ ਅੱਗੇ ਨਾ, ਐਗਜ਼ਾਮ ਵੀ ਆਉਣ ਲੱਗੇ, ਦਸੰਬਰ ਨੇੜੇ ਆ ਗਿਆ, ਮਾਰਚ ਤੱਕ ਐਗਜ਼ਾਮ ਹੁੰਦੇ ਨਹੀਂ, ਫਿਰ ਉਹ ਸਾਰਾ ਕਿਵੇਂ ਕਰੂੰਗੇ? ਕਿਉਂਕਿ ਹਜੇ ਬੱਚਿਆਂ ਦੇ ਉਸ ਤੋਂ ਛੋਟੀ ਕਲਾਸਾਂ ਦੇ ਤਾਂ ਸਕੂਲ ਖੁੱਲ੍ਹੇ।
ਇਹ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਹੈ, ਬੋਰਡ ਦੇ ਅਧਿਕਾਰ ਖੇਤਰ ਵਿੱਚ ਨਹੀਂ। ਸਰਕਾਰ ਨੇ ਇਸ ਬਾਰੇ ਵਿੱਚ ਫੈਸਲਾ ਕਰਨਾ ਹੈ। ਜਿਹੜਾ ਸਿੱਖਿਆ ਵਿਭਾਗ ਹੈ ਉਹਨਾਂ ਨੇ ਫੈਸਲਾ ਕਰਨਾ ਹੈ ਕਿ ਸਕੂਲ ਉਹਨਾਂ ਨੇ ਉਹ ਕਦੋਂ ਖੋਲ੍ਹੇ ਜਾਣ। ਤੇ ਸਾਡਾ ਜਿਹੜਾ ਹੈਗਾ ਬੋਰਡ ਦਾ ਮੰਤਵ ਸਿਲੇਬਸ ਪ੍ਰੋਵਾਈਡ ਕਰਾਉਣਾ ਔਰ ਉਹਨਾਂ ਦੇ ਇਮਤਿਹਾਨ ਲੈਣੇ ਹਨ, ਕਿਉਂਕਿ ਜਿੱਥੋਂ ਤੱਕ ਪੁਰਾਣਾ ਪ੍ਰੋਗਰਾਮ ਸੁਣਨ ਵਿੱਚ ਆਇਆ ਕਿ 15 ਮਾਰਚ ਤੱਕ ਜਿਹੜਾ ਹੈਗਾ ਪੂਰੇ ਭਾਰਤ ਵਿੱਚ ਸੈਂਸਸ ਹੋ ਰਿਹਾ ਹੈਗਾ ਔਰ ਜਿਹੜੀ ਹੈਗੀ ਹੈ ਇਸ ਨੂੰ ਵੀ ਧਿਆਨ ਵਿੱਚ ਰੱਖਿਆ ਜਾਏਗਾ। ਔਰ ਅੱਜ ਵੀ ਕੁਝ ਜਿਹੜੇ ਪ੍ਰਾਈਵੇਟ ਸਕੂਲ ਹਨ ਉਹਨਾਂ ਵੱਲੋਂ ਡਿਮਾਂਡ ਆਈ ਸੀ ਕਿ ਪੇਪਰ ਕੁਝ ਲੇਟ ਕੀਤੇ ਜਾਣ, ਪਰ ਅਸੀਂ ਉਸ ਸਮੇਂ ਦੇ ਵਿੱਚ ਭਵਿੱਖ 'ਚ ਕੀ ਛੁਪਿਆ ਹੈਗਾ, ਜਿਸ ਤਰ੍ਹਾਂ ਦੇ ਕੁਝ ਹਾਲਾਤ ਬਣਦੇ ਨੇ ਉਸ ਸਮੇਂ ਦੇ ਨਾਲ ਉਸ ਮੁਤਾਬਕ ਫੈਸਲਾ ਲਿਆ ਜਾਏਗਾ ਕਿ ਵਿਦਿਆਰਥੀਆਂ ਦਾ ਜਿਹੜਾ ਸਿਲੇਬਸ ਵੀ ਪੂਰਾ ਆ ਜਾਏ ਔਰ ਉਸ ਲਈ ਬਿਲਕੁਲ ਤਿਆਰ ਹੋ ਕੇ ਉਹਦੇ ਇਮਤਿਹਾਨ ਵਿੱਚ ਜਾਣ। ਇਸ ਦੇ ਨਾਲ ਅਸੀਂ ਕੋਸ਼ਿਸ਼ ਕੀਤੀ ਕਿ ਜਿਸ ਤਰ੍ਹਾਂ ਦੀ ਤਰ੍ਹਾਂ ਸਿਲੇਬਸ ਘਟਾਇਆ ਗਿਆ ਉਸ ਹਿਸਾਬ ਨਾਲ ਜਿਹੜੇ ਕਿ ਪ੍ਰਸ਼ਨ ਪੱਤਰ ਤਿਆਰ ਹੋਣਗੇ। ਸੋ ਪ੍ਰਸ਼ਨ ਪੱਤਰਾਂ ਦੇ ਕਿਸ ਤਰ੍ਹਾਂ ਦਾ ਡਿਜ਼ਾਈਨ ਹੋਏਗਾ, ਉਹਨਾਂ ਦਾ ਮਾਡਲ ਕੀ ਹੋਏਗਾ, ਉਹ ਵੀ ਆਪਣੀ ਵੈਬਸਾਈਟ 'ਤੇ ਅਸੀਂ ਪਾਉਣ ਜਾ ਰਹੇ ਹੈਗੇ ਹਾਂ, ਤਾਂ ਜੋ ਵਿਦਿਆਰਥੀਆਂ ਨੂੰ ਉਹਨਾਂ ਦੇ ਕਿਸ ਤਰ੍ਹਾਂ ਦੇ ਸਵਾਲ ਆਉਣੇ ਹਨ ਉਸ ਨੂੰ ਲੈ ਕੇ ਕੋਈ ਕਨਫਿਊਜ਼ਨ ਨਾ ਰਹੇ ਤੇ ਜਿੰਨੇ ਵੀ ਸਟੇਕ ਹੋਲਡਰ ਸਾਡੇ ਹਨ ਉਹ ਸਾਰੇ ਜਾਣ ਸਕਣ ਕਿ ਅਸੀਂ ਇਸ ਸਾਲ ਦਾ ਜਿਹੜਾ ਇਮਤਿਹਾਨ ਵਿਸ਼ੇਸ਼ ਹਾਲਤਾਂ ਵਿੱਚ ਜਿਹੜਾ ਹੋਏਗਾ ਉਹ ਕਿਸ ਪ੍ਰਕਾਰ ਅਸੀਂ ਦੇਣਾ, ਤਾਂ ਉਹਨਾਂ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਹੋਵੇ। ਵਿਦਿਆਰਥੀਆਂ ਨੂੰ, ਮਾਪਿਆਂ ਨੂੰ, ਅਧਿਆਪਕ ਸਾਹਿਬਾਨ ਨੂੰ ਕਿਸੇ ਕਿਸਮ ਦੀ ਉਸ ਦੇ ਬਾਰੇ ਸ਼ੰਕਾ ਨਾ ਰਹੇ। ਇਸ ਲਈ ਅਸੀਂ ਸਮੇਂ ਸਿਰ ਜਿਹੜਾ ਹੈਗਾ ਆਪਣੀ ਵੈਬਸਾਈਟ ਨੂੰ ਜਿਹੜਾ ਅਪਡੇਟ ਕਰਦੇ ਰਵਾਂਗੇ ਔਰ ਉਹਨਾਂ ਨੂੰ ਬੋਰਡ ਜਿਹੜਾ ਹੈਗਾ ਬਿਲਕੁਲ ਅਕਾਦਮਿਕ ਪੱਧਰ 'ਤੇ ਸਹੀ ਤੇ ਸਟੀਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੇਗਾ। ਇਹਦੇ ਨਾਲ ਹੀ ਆਨਲਾਈਨ ਸਿੱਖਿਆ ਦੀ ਅਸੀਂ ਗੱਲ ਕਰਦੇ ਹਾਂ, ਆਨਲਾਈਨ ਸਿੱਖਿਆ ਦੇ ਰਹੇ, ਪਰ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਨੇ ਉਹ ਜ਼ਿਆਦਾਤਰ ਪਿੰਡਾਂ ਦੇ ਨੇ, ਗਰੀਬ ਪਰਿਵਾਰਾਂ ਤੋਂ ਆ, ਬਹੁਤਿਆਂ ਕੋਲ ਤਾਂ ਇੰਟਰਨੈਟ ਦੀ ਸਹੂਲਤ ਵੀ ਨਹੀਂ ਹੈਗੀ, ਫਿਰ ਉਹਨੂੰ ਬੋਰਡ ਵੱਲੋਂ ਮੈਨੇਜ ਕਰਨ ਲਈ ਕੁਝ ਉਪਰਾਲਾ ਕੀਤਾ? ਮੇਰਾ ਖਿਆਲ ਹੈ ਇਹ ਵੀ ਜਿਹੜਾ ਪ੍ਰਬੰਧ ਹੈਗਾ ਸਿੱਖਿਆ ਵਿਭਾਗ ਦੇ ਕੋਲੇ ਆ ਔਰ ਉਹਨਾਂ ਦੀਆਂ ਲਗਾਤਾਰ ਇਸ ਤਰ੍ਹਾਂ ਦੇ ਐਜੂਸੈਟ ਤੇ ਹੋਰ ਜਿਹੜੇ ਇਸ ਤਰ੍ਹਾਂ ਦੇ ਉਹਨਾਂ ਦੇ ਫੰਕਸ਼ਨ ਦੀਆਂ ਕਾਰਜਵਿਧੀਆਂ ਹਨ ਉਹਨਾਂ ਨਾਲ ਹੀ ਉਹ ਗੱਲਬਾਤ ਚਲਾਈ ਜਾ ਰਹੀ ਹੈ। ਔਰ ਕੋਈ ਵੀ ਜਿਹੜਾ ਆਪਣੇ ਆਪ ਦੇ ਵਿੱਚ ਜਿਹੜਾ ਸੰਪੂਰਨ ਨਹੀਂ ਹੈ, ਸਿਰਫ ਇੱਕ ਵਿਸ਼ੇਸ਼ ਹਾਲਾਤ ਦੇ ਵਿੱਚ ਰੱਖ ਕੇ ਜਿਹੜੀ ਆਨਲਾਈਨ ਦੀ ਪੜ੍ਹਾਈ ਮਤਲਬ ਕਰਵਾਈ ਗਈ ਹੈ ਤਾਂ ਜੋ ਬੱਚਿਆਂ ਦਾ ਜਿਹੜਾ ਹੈਗਾ ਉਹ ਨੁਕਸਾਨ ਨਾ ਹੋਵੇ, ਕਿਉਂਕਿ ਜਿਹੜੀ ਦੂਸਰੀ ਫੇਸ ਟੂ ਫੇਸ ਹੈ ਕਲਾਸਰੂਮ ਪੜ੍ਹਾਈ ਦਾ ਉਸ ਤਰੀਕੇ ਬਦਲ ਨਹੀਂ ਹੈ, ਭਾਵੇਂ UGC ਵੱਲੋਂ ਤੇ ਹੋਰ ਅਦਾਰਿਆਂ ਵੱਲੋਂ ਜਿਹੜੀ ਕੀ ਕਿਹਾ ਜਾਂਦਾ ਔਰ ਇਸ ਤਰ੍ਹਾਂ ਦੀ ਵਿਧੀਆਂ ਹੁਣ ਸੰਸਾਰ ਭਰ ਵਿੱਚ ਅਪਣਾਈਆਂ ਜਾ ਰਹੀਆਂ ਕਿ ਕੁਛ ਜਿਹੜਾ ਹਿੱਸਾ ਜਿਹੜਾ ਪੜ੍ਹਾਈ ਦਾ ਆਨਲਾਈਨ ਵਿਧੀ ਨਾਲ ਹੋਵੇ, ਕੁਛ ਜਿਹੜਾ ਕਲਾਸ ਰੂਮ ਪੜ੍ਹਾਈ ਹੋਵੇ। ਸੋ ਪੰਜਾਬ ਵੀ ਇਸ ਦਾ ਅਪਵਾਦ ਨਹੀਂ ਹੈ, ਕਿਉਂਕਿ ਇਹ ਤਾਂ ਵਿਸ਼ੇਸ਼ ਹਾਲਾਤ ਹਨ, ਇਸ ਕਰਕੇ ਜਿਹਦੀ ਅਸੀਂ ਉਮੀਦ ਕਰਦੇ ਹਾਂ ਕਿ ਜ਼ਿੰਦਗੀ ਛੇਤੀ ਹੀ ਨਾਰਮਲੈਸੀ ਵੱਲ ਪਰਤੇਗੀ ਔਰ ਫਿਰ ਸਕੂਲ ਕਾਲਜਾਂ ਜਿਹੜੇ ਖੁੱਲ੍ਹਣਗੇ ਔਰ ਉਸ ਤਰ੍ਹਾਂ ਦੀ ਪੜ੍ਹਾਈ ਜਿਹੜੀ ਸੰਭਵ ਹੋਏਗੀ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਰੀ ਜਿਹੜੀ ਕੁਝ ਪ੍ਰਕਿਰਿਆ ਜਿਹੜੀ ਚੱਲ ਰਹੀ ਹੈ ਇਹ ਕੋਵਿਡ-19 ਚੱਲ ਕੇ ਵਿਸ਼ੇਸ਼ ਅਬਨੋਰਮਲ ਜਿਹੜੇ ਹਾਲਾਤ ਹਨ ਉਹਨਾਂ ਕਰਕੇ ਇਹ ਸਾਰੀ ਸਥਿਤੀ ਪੈਦਾ ਹੋਈ ਹੈ ਔਰ ਬੋਰਡ ਨੂੰ ਵੀ ਔਰ ਜਿਹੜੇ ਇਮਤਿਹਾਨ ਲੈਣ ਵਾਲੇ ਅਦਾਰੇ ਹਨ ਉਹਨਾਂ ਨੂੰ ਵੀ ਇਹ ਗੱਲ ਲਈ ਔਰ ਜਿਹੜੇ ਪੜ੍ਹਾਈ ਕਰਾਉਣ ਵਾਲੇ ਜ਼ਿੰਮੇਵਾਰ ਜਿਹੜੇ ਅਦਾਰੇ ਹਨ ਮਹਿਕਮੇ ਹਨ ਉਹਨਾਂ ਨੂੰ ਇਸ ਗੱਲ ਦੀ ਨੂੰ ਸਮਝਣਾ ਚਾਹੀਦਾ ਔਰ ਸਾਰੇ ਮੇਰਾ ਖਿਆਲ ਹੈ ਕਿ ਉਸੇ ਪ੍ਰਕਾਰ ਸਾਰੇ ਕੰਮ ਕਰ ਰਹੇ ਹਨ। ਜਿੱਥੇ ਤੱਕ ਬੋਰਡ ਦਾ ਸਵਾਲ ਹੈ ਅਸੀਂ ਆਪਣੇ ਪੇਪਰ, ਅਸੀਂ ਆਪਣਾ ਸਿਲੇਬਸ ਅਸੀਂ ਇਸ ਤਰ੍ਹਾਂ ਨਾਲ ਜਿਹੜਾ ਡਿਜ਼ਾਈਨ ਕੀਤਾ ਹੈ ਔਰ 30% ਸਿਲੇਬਸ ਘਟਾਉਣਾ ਵੀ ਉਸੇ ਦਾ ਹਿੱਸਾ ਹੈ ਕਿ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਜਿਹੜੀ ਕਿ ਹੈ ਤਕਲੀਫ ਵੀ ਨਾ ਹੋਵੇ ਔਰ ਉਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸਿੱਖ ਸਕਣ ਅਤੇ ਉਹ ਆਪਣੇ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕਣ, ਇਹ ਸਾਡੀ ਕੋਸ਼ਿਸ਼ ਹੈ। ਨਾਲ ਹੀ ਜੋ ਪੰਜਾਬੀ ਸਕੂਲੀ ਸਿੱਖਿਆ ਸੀ ਉਹਨਾਂ ਨੂੰ TV ਚੈਨਲ DD1 ਨਾਲ ਵੀ ਜੋੜਿਆ ਗਿਆ ਸੀਗਾ ਵੀ ਉੱਥੇ ਪ੍ਰੋਗਰਾਮ ਪੇਸ਼ ਕੀਤਾ ਜਾਵੇ, ਉਹ ਕਿੰਨੀ ਕੁ ਸਾਰਥਕ ਰਹੀ, ਕੀ ਰਿਸਪੌਂਸ? ਇਹਦਾ ਵੀ ਸਵਾਲ ਜਿਹੜਾ ਹੈਗਾ ਵੇਖੋ ਜਿਹੜੀ ਮੇਰੇ ਉਹ ਬੋਰਡ ਦੇ ਪ੍ਰਵਿਊ 'ਚ ਨਹੀਂ ਹੈਗਾ, ਇਹ ਵੀ ਸਿੱਖਿਆ ਵਿਭਾਗ ਜਿਹੜਾ ਇਸ ਤਰ੍ਹਾਂ ਦਾ ਇੰਤਜ਼ਾਮ ਕਰਦਾ DTH ਵਗੈਰਾ ਨਾਲ ਉਹਨਾਂ ਨੂੰ ਜੋੜ ਕੇ ਔਰ ਲਾਜ਼ਮੀ ਤੌਰ 'ਤੇ ਜਿਹੜੇ ਨਵੇਂ ਮਾਧਿਅਮ ਆ ਰਹੇ ਐਜੂਕੇਸ਼ਨ ਦੇ, ਪਹਿਲਾਂ ਦੀ ਜਿਹੜੀ ਟਰਡੀਸ਼ਨ ਉਹਦੀ ਥਾਂ 'ਤੇ ਬੜੇ ਨਵੇਂ ਮਾਧਿਅਮ ਜਿਹੜੇ ਆ ਰਹੇ ਹਨ, ਲਾਜ਼ਮੀ ਤੌਰ 'ਤੇ ਵਿੱਚ DD1 ਵੱਲੋਂ ਜਾਂ ਦੂਸਰੇ ਇਸ ਤਰ੍ਹਾਂ ਦੇ ਇਲੈਕਟ੍ਰੋਨਿਕਸ ਮਾਧਿਅਮ ਵੱਲੋਂ ਜਿਸ ਤਰ੍ਹਾਂ ਦੀ ਪੜ੍ਹਾਈ ਜਾਂ ਗਿਆਨ ਜਿਹੜਾ ਦਿੱਤਾ ਜਾ ਰਿਹਾ ਉਹ ਮਾਇਨੇ ਖੇਜ ਹੈ। ਪੜ੍ਹਾਈ ਸਿਰਫ ਜਿਹੜੀ ਹੈਗੀ ਹੈ ਸਿੱਖਿਆ ਸਿਰਫ ਇਮਤਿਹਾਨੀ ਜਾਂ ਉਸ ਨੁਕਤੇ ਨਜ਼ਰ ਤੋਂ ਨਹੀਂ ਹੁੰਦੀ, ਵਿਦਿਆਰਥੀ ਹੋਰ ਬਹੁਤ ਸਾਰੇ ਜਿਹੜੇ ਸਾਡੇ ਚੈਨਲ ਚੱਲਦੇ ਹਨ ਜਿਵੇਂ ਡਿਸਕਵਰੀ ਚੈਨਲ ਹੈ ਜਾਂ ਰਾਜ ਸਭਾ ਜਾਂ ਲੋਕ ਸਭਾ ਚੈਨਲ ਜਿਸ ਤੋਂ ਵਿਦਿਆਰਥੀ ਬਹੁਤ ਜ਼ਿਆਦਾ ਸਿੱਖਦੇ, ਇਸੇ ਪ੍ਰਕਾਰ ਹੀ ਪੜ੍ਹਾਈ ਲਿਖਾਈ ਦੇ ਸਿਲੇਬਸ ਤੇ ਫੋਕਸ ਜਿਹੜੇ ਹੈਗੇ ਉਸ ਤਰ੍ਹਾਂ ਚੈਨਲ ਚਲਾਏ ਜਾ ਰਹੇ, ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਜਿਹੜਾ ਦੂਰ ਦਰਾਡੇ ਬੈਠਾ ਜਾਂ ਸਾਰੇ ਉਹਨਾਂ ਲਈ ਇਹ ਲਾਹੇਵੰਦ ਸਾਬਤ ਹੁੰਦੇ ਹਨ ਔਰ ਇਹ ਸਰਕਾਰ ਦੀ ਹਮੇਸ਼ਾ ਸ਼ੁਰੂ ਤੋਂ ਜਦੋਂ ਤੋਂ ਇਹ ਪ੍ਰੋਗਰਾਮ ਚੱਲਿਆ ਅੱਛੀ ਕੋਸ਼ਿਸ਼ ਹੈ ਔਰ ਮੈਂ ਵੀ ਇਸ ਦਾ ਨਿੱਜੀ ਤੌਰ ਦੇ ਉੱਤੇ ਸਵਾਗਤ ਕਰਦਾ ਔਰ ਇਹ ਚਾਲੂ ਰਹਿਣੀ ਚਾਹੀਦੀ ਹੈ। ਇਹਦੇ ਨਾਲੇ ਪ੍ਰਾਈਵੇਟ ਸਕੂਲਾਂ ਦੀ ਅੱਜ ਤੋਂ ਨਾਲ ਮੀਟਿੰਗ ਵੀ ਹੁੰਦੀ ਹੈ, ਕਿਤੇ ਨਾ ਕਿਤੇ ਖਦਸ਼ਾ ਜ਼ਾਹਿਰ ਕੀਤਾ ਜਾਂਦਾ ਪ੍ਰਾਈਵੇਟ ਸਕੂਲਾਂ ਵੱਲੋਂ ਕਿ ਸਾਡੀ ਮਾਨਤਾ ਰੱਦ ਹੋ ਸਕਦੀ ਹੈ, ਕੀ ਰਿਹਾ ਅੱਜ ਮੀਟਿੰਗ ਦੇ ਵਿੱਚ, ਕੀ ਐਵੇਂ ਦਾ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਸਾਡੇ ਨਾਲ ਸਕੂਲ ਜਿਹੜੇ ਜੁੜੇ ਹਨ ਬੋਰਡ ਦੇ ਨਾਲ ਔਰ ਲਗਭਗ 5000 ਤੋਂ ਉੱਤੇ ਉਹ ਸਕੂਲ ਹਨ, ਉਹਨਾਂ ਦੇ ਸਾਰੀਆਂ ਜਥੇਬੰਦੀਆਂ ਅੱਜ ਮਿਲਣ ਆਈਆਂ ਸਨ ਔਰ ਉਹਨਾਂ ਨੇ ਆਪਣੇ ਜਿਹੜੇ ਡਿਮਾਂਡ ਸਨ ਜਾਂ ਇਸ ਦੇ ਨਾਲ ਜਿਹੜਾ ਇੰਟਰੈਕਸ਼ਨ ਜਿਹੜਾ ਉਹਨਾਂ ਨਾਲ ਹੋਇਆ ਔਰ ਬਹੁਤ ਵਧੀਆ ਰਿਹਾ। ਕੁਛ ਉਹਨਾਂ ਦੀਆਂ ਸਮੱਸਿਆਵਾਂ ਛੋਟੀਆਂ ਮੋਟੀਆਂ ਮੌਕੇ 'ਤੇ
ਜਿਹੜੀਆਂ ਹੈਗੀਆਂ ਉਹਨਾਂ ਦਾ ਹੱਲ ਕੀਤਾ ਗਿਆ, ਔਰ ਜਿਹੜੀ ਕੁਝ ਇਸ ਤਰ੍ਹਾਂ ਦੇ ਕੁਝ ਇਸ਼ੂ ਹਨ ਉਹਨਾਂ ਬਾਰੇ ਅਸੀਂ ਜਲਦੀ ਵਿਚਾਰ ਕਰਕੇ ਆਪਣਾ ਉਹਨਾਂ ਦੇ ਬਾਰੇ ਆਪਣਾ ਵਿਊ ਪੁਆਇੰਟ ਰੱਖਾਂਗੇ। ਮੋਟੇ ਤੌਰ ਦੇ ਉੱਤੇ CLU ਨੂੰ ਲੈ ਕੇ ਤੇ ਦੂਸਰੇ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੂੰ ਲੈ ਕੇ ਉਹ ਆਪਣੀ ਗੱਲ ਕਰਦੇ ਨੇ, ਉਸ ਦੇ ਬਾਰੇ ਅਸੀਂ ਮਾਣਯੋਗ ਸਿੱਖਿਆ ਮੰਤਰੀ ਨੂੰ ਅਸੀਂ ਆਪਣੇ ਵੱਲੋਂ ਰਿਪਰੈਜ਼ੈਂਟ ਦਿੱਤਾ ਹੈਗਾ, ਔਰ ਉਹ ਆਪਣੇ ਤੌਰ 'ਤੇ ਗੱਲ ਕਰਕੇ ਇਸ ਦਾ ਕੋਈ ਸਰਕਾਰ ਦੇ ਲੈਵਲ ਦੇ ਉੱਤੇ ਕੋਈ ਸਰਬ ਸਾਂਝਾ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ CLU ਦੇ ਨਾਲ ਬੋਰਡ ਦੇ ਆਪਣੇ ਬਨੇਮ ਵੀ ਹਨ ਜਿਸ ਦੇ ਨਾਲ ਅਸੀਂ ਉਹਨਾਂ ਨੂੰ ਮਾਨਤਾ ਦਿੰਦੇ ਹਾਂ। ਤਾਂ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਕੋਈ ਘਬਰਾਉਣ ਦੀ ਲੋੜ, ਤਾਂ ਕੋਈ ਜਲਦੀ ਕੋਈ ਜਿਹੜਾ ਵਾਜਬ ਹੱਲ ਇਸ ਦਾ ਜਿਹੜਾ ਕੱਢਿਆ ਜਾਏਗਾ। ਉਹ ਸਾਡਾ ਆਪਣਾ ਪਰਿਵਾਰ ਦਾ ਹਿੱਸਾ ਹਨ, ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਉਹਨਾਂ ਦਾ ਖਦਸ਼ਾ ਨਿਰਮੂਲ ਹੈ। ਸ਼ੁਕਰੀਆ ਸਰ। ਥੈਂਕ ਯੂ। ਸੋ ਇਹਨਾਂ ਵੱਲੋਂ ਸਾਫ਼ ਕਿਹਾ ਜਾ ਰਿਹਾ ਕਿ ਪ੍ਰਾਈਵੇਟ ਸਕੂਲਾਂ ਨੂੰ ਕਿਸੇ ਤਰ੍ਹਾਂ ਦੀ ਡਰਨ ਦੀ ਲੋੜ ਨਹੀਂ, ਉਹਨਾਂ ਦਾ ਆਪਣੇ ਪਰਿਵਾਰ ਦਾ ਹਿੱਸਾ ਹੈ। ਜੋ ਕਿ ਸਮੱਸਿਆ ਆਈ ਆ ਉਹਦਾ ਹੱਲ ਕੱਢਿਆ ਜਾਊਗਾ। ਉਹਦੇ ਨਾਲ ਹੀ ਸਿੱਖਿਆ ਡਿਪਾਰਟਮੈਂਟ ਆ ਉਹ ਐਗਜ਼ਾਮ ਲੈਣ ਦੇ ਲਈ ਪੂਰੀ ਤਰ੍ਹਾਂ ਤਿਆਰੀ ਕਰ ਰਿਹਾ। ਆਨਲਾਈਨ ਜਿੱਥੇ ਸਿੱਖਿਆ ਦੇ ਰਹੀ ਆ ਉੱਥੇ ਹੀ ਪ੍ਰਸ਼ਨਾਵਲੀ ਆ ਜੋ ਕੁਐਸਚਨ ਆ ਉਹਨਾਂ ਦੇ ਆਨਲਾਈਨ ਪਾਏ ਜਾਣਗੇ ਤਾਂ ਜੋ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ। ਚੰਡੀਗੜ੍ਹ ਤੋਂ ਕੈਮਰਾ ਪਰਸਨ ਕਾਸ਼ਦੀਪ ਦੇ ਨਾਲ ਰਵੀ ਜਾਖੋ।